ਕੱਤਕ ਮਹੀਨੇ ਦੀ ਸੰਗਰਾਂਦ ਭਾਵ ਕਿ ਕੱਤਕ ਮਹੀਨੇ ਦੀ ਆਰੰਭਤਾ ਹੈ ਅੱਜ। ਇਸ ਵਿਸ਼ੇਸ਼ ਦਿਨ ਨੂੰ ਜਾਣਦਿਆਂ ਹੋਇਆਂ ਆਪ ਜੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੁਝ ਪਲ ਸਫਲੇ ਕਰ ਰਹੇ ਹੋ। ਸਤਿਗੁਰੂ ਜੀ ਰਹਿਮਤ ਕਰਨ। ਪਿਛਲਾ ਮਹੀਨਾ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਸੁੱਖਾਂ ਦਾ ਬਤੀਤ ਹੋਇਆ ਹੈ। ਅਰਦਾਸ ਕਰੀਏ ਇਹ ਮਹੀਨਾ ਵੀ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਸਤਿਗੁਰੂ ਜੀ ਦੀ ਰਜ਼ਾ ਵਿੱਚ ਬਤੀਤ ਹੋਵੇ। ਆਓ ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਰੁੱਤਪੁਰ ਵਾਲੇ ਉਹਨਾਂ ਪਾਸੋਂ ਆਦਰ ਸਤਿਕਾਰ ਸਾਹਿਬ ਗੁਰਮੁਖੀ ਵਿਚਾਰਾਂ ਗੁਰਬਾਣੀ ਵਿਚਾਰਾਂ ਸਰਵਣ ਕਰੀਏ ਜੀ। ਸਤਿਗੁਰੂ ਜੀ ਦੀ ਬਖਸ਼ਿਸ਼ ਫਤਿਹ ਦੇ ਨਾਲ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। क्या बताएंगे थोड़ी। सतनाम ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੇਵਕ ਸਿੱਖ ਪੂਜਣ ਸਭ ਆਵਹਿ, ਸਭ ਗਾਵੈ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਤਕ ਕਰਮ ਕਮਾਵਣੇ, ਦੋਸ਼ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਕਤਕ ਕਰਮ ਕਮਾਵਣੇ, ਦੋਸ਼ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਬੇਮੁਖ ਹੋਏ RAM ਤੇ, ਲਗਨ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ। ਕੀਤਾ ਕਿਛੂ ਨ ਹੋਵਈ, ਲਿਖਿਆ ਧੁਰ ਸੰਜੋਗ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲੇ,
ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ, ਨਾਨਕ ਕਉ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਪਰਮ ਸਨਮਾਨ ਯੋਗ ਗਰੀਬ ਨਵਾਜ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਰੋਜ਼ਾਨਾ ਦੀ ਤਰ੍ਹਾਂ ਦੁਪਹਿਰ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ, ਆਪ ਜੀ ਗੁਰੂ ਦਰਬਾਰ ਵਿੱਚ ਬੈਠ ਕੇ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਪ੍ਰੇਮ ਸਹਿਤ ਸ਼ਰਵਣ ਕਰ ਰਹੇ ਸੀ। ਆਓ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਦੀ ਵਿਚਾਰ ਨਾਲ ਆਪਾਂ ਸਾਰੇ ਜੁੜੀਏ। ਆਪ ਸਰਬੱਤ ਸੰਗਤ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਲਵਾਓ ਹਾਜ਼ਰੀ। ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਨੂੰ ਸਮਰਪਿਤ ਹੁੰਦਿਆਂ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਾਨਕਸ਼ਾਹੀ ਮੂਲ ਕੈਲੰਡਰ ਮੁਤਾਬਕ ਕੱਤਕ ਦੇ ਮਹੀਨੇ ਦੀ ਆਰੰਭਤਾ ਹੈ। ਆਪ ਜੀ ਸਤਿਗੁਰੂ ਜੀ ਨੂੰ ਸਮਰਪਿਤ ਹੋਏ ਬੈਠੇ ਹੋ। ਸਾਡੀ ਕੌਮ ਵਿੱਚ ਇਸ ਵਕਤ 2 ਕੈਲੰਡਰ ਸਫ਼ਰ ਕਰ ਰਹੇ ਹਨ। ਇੱਕ ਮੂਲ ਨਾਨਕਸ਼ਾਹੀ ਤੇ ਦੂਸਰਾ ਬਿਕਰਮੀ ਕੈਲੰਡਰ ਜਿਹਦੇ ਤੇ ਨਾਨਕਸ਼ਾਹੀ ਮੋਹਰ ਲਾਈ ਹੋਈ ਹੈ। ਆਪ ਜੀ ਦੇ ਸਨਮੁਖ ਥੋੜ੍ਹੇ ਜਿਹੇ ਨੁਕਤੇ ਸਾਂਝੇ ਕਰਨੇ ਚਾਹੁੰਦਾ ਤਾਂ ਕਿ ਇਹ ਜਿਹੜਾ ਭੁਲੇਖਾ ਬਣਿਆ ਹੈ ਇਹਦੇ ਵਿੱਚ ਥੋੜ੍ਹੀ ਜਿਹੀ ਕਲੈਰਿਟੀ ਆ ਸਕੇ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਵਿੱਚ ਜਦੋਂ ਸੋਹਿਲਾ ਸਾਹਿਬ ਦੀ ਬੋਲੀ ਸਾਡੇ ਸਨਮੁਖ ਰੱਖੀ ਤੇ ਪਾਤਸ਼ਾਹ ਨੇ ਜ਼ਿਕਰ ਕੀਤਾ ਸੂਰਜੀ ਸਿਧਾਂਤ ਦਾ। ਬਾਣੀ ਸੂਰਜੀ ਸਿਧਾਂਤ ਦੇ ਰੰਗ ਵਿੱਚ ਸਾਨੂੰ ਬਹੁਤ ਕੁਝ ਸਮਝਾਉਂਦੀ ਹੈ। ਜਿਵੇਂ ਅਸੀਂ ਬਾਣੀ ਪੜ੍ਹਦੇ ਹਾਂ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਇਸ ਬ੍ਰਹਿਮੰਡ ਵਿੱਚ ਜਿਹੜਾ ਸੌਰ ਮੰਡਲ ਹੈ ਉਹਦੇ ਵਿੱਚ ਸੂਰਜ ਮੁੱਖ ਕਰਤਾ ਧਰਤਾ ਹੈ। ਜਿਹੜੇ ਸਾਇੰਸ ਦੇ ਅਕੋਰਡਿੰਗ ਨੇਚਰ ਨੂੰ ਵੀ ਸਮਝਦੇ ਆ ਉਹ ਇਸ ਗੱਲ ਨੂੰ ਜਾਣਦੇ ਆ। ਜਿੰਨੇ ਵੀ ਗ੍ਰਹਿ ਇਸ ਮਿਲਕੀ ਵੇ ਵਿੱਚ ਸਫ਼ਰ ਕਰ ਰਹੇ ਆ ਸਾਰਿਆਂ ਦਾ ਮੂਲ ਸਰੋਤ ਸੂਰਜ ਹੈ। ਧਰਤੀ ਸੂਰਜ ਦੇ ਅੱਗੇ ਪਿੱਛੇ ਭੱਜਦੀ ਹੈ। ਚੰਦਰਮਾ ਰੌਸ਼ਨੀ ਤੁਹਾਨੂੰ ਦਿੰਦਾ ਹੈ ਸੂਰਜ ਦੇ ਰਿਫਲੈਕਸ਼ਨ ਰਾਹੀਂ। ਇਸ ਕਰਕੇ ਇਸ ਬ੍ਰਹਿਮੰਡ ਦਾ ਸਭ ਤੋਂ ਵੱਡਾ ਗ੍ਰਹਿ ਵੀ ਸੂਰਜ, ਤੇ ਸੂਰਜ ਸਾਰਿਆਂ ਨੂੰ ਲੈ ਕੇ ਸਫ਼ਰ ਕਰ ਰਿਹਾ ਹੈ। ਭਾਰਤ ਦੇ ਪੁਰਾਤਨ ਜਿਤਨੇ ਵੀ ਕੈਲੰਡਰ ਜਿਹਦੇ ਵਿੱਚ ਬਿਕਰਮੀ ਕੈਲੰਡਰ ਹੋਵੇ ਜਾਂ ਹੋਰ ਵੀ ਬਹੁਤ ਸਾਰਿਆਂ ਦਾ ਜ਼ਿਕਰ ਆਉਂਦਾ ਹੈ, ਉਹ ਚੰਦਰਮਾ ਦੇ ਸਿਧਾਂਤ ਤੇ ਖਲੋਤੇ ਸਨ। ਤੇ ਚੰਦਰਮਾ ਦਾ ਜਿਹੜਾ ਢਾਂਚਾ ਹੈ ਉਹ ਘਟਦੇ ਵੱਧਦੇ ਸਰੂਪ ਦਾ ਹੈ। ਕਦੀ ਉਹ ਛੁਪਦਾ ਹੈ, ਕਦੀ ਉਹ ਪ੍ਰਗਟ ਹੁੰਦਾ ਹੈ। ਧਰਤੀ ਨਾਲ ਜਿਸ ਸਰੂਪ ਵਿੱਚ ਸੂਰਜ ਦਾ ਸਿੱਧਾ ਕਨੈਕਸ਼ਨ ਹੈ
ਉਸ ਸਰੂਪ ਵਿੱਚ ਚੰਦਰਮੇ ਦਾ ਨਹੀਂ। ਸੂਰਜ ਸਾਨੂੰ ਸਦਾ ਨਜ਼ਰ ਆਉਂਦਾ ਹੈ, ਚੰਦਰਮਾ ਸਾਨੂੰ ਬਹੁਤ ਘੱਟ। ਜੇ ਆਪਾਂ ਪੂਰਨਮਾਸੀ ਤੋਂ ਮੱਸਿਆ ਦੇ ਸਫ਼ਰ ਦਾ ਜ਼ਿਕਰ ਕਰਾਂਗੇ ਤੇ ਹੌਲੀ ਹੌਲੀ ਘਟਦਾ ਜਾਂਦਾ ਹੈ, ਤੇ ਮੱਸਿਆ ਤੋਂ ਪੂਰਨਮਾਸੀ ਦੇ ਸਫ਼ਰ ਦਾ ਜ਼ਿਕਰ ਕਰਾਂਗੇ ਤੇ ਹੌਲੀ ਹੌਲੀ ਵੱਧਦਾ ਜਾਂਦਾ ਹੈ। ਭਾਰਤ ਵਿੱਚ ਬਹੁਤੇ ਕੈਲੰਡਰ ਚੰਦਰਮੀ ਸਿਧਾਂਤ ਤੇ ਖਲੋਤੇ ਸਨ, ਇਸ ਕਰਕੇ ਡੇਟਾਂ ਅੱਗੇ ਪਿੱਛੇ ਹੁੰਦੀਆਂ ਸਨ। ਕੋਈ ਇੱਕ ਮੁਕੰਮਲ ਤਰੀਕ ਨਹੀਂ ਸੀ ਚੁਣੀ ਜਾ ਪਾ ਰਹੀ, ਕਿਉਂਕਿ ਸਮੇਂ ਦੀ ਵੰਡ 'ਚ ਦਿਨ ਘਟਦੇ ਤੇ ਵੱਧਦੇ ਰਹਿੰਦੇ ਸਨ। ਕੌਮ ਦੀ ਇਸ ਤਕਲੀਫ ਨੂੰ ਮਹਿਸੂਸ ਕੀਤਾ ਗਿਆ ਵੀ ਆਏ ਸਾਲ ਇਤਿਹਾਸਕ ਤਰੀਕਾਂ ਵੀ ਬਦਲ ਜਾਂਦੀਆਂ ਨੇ, ਆਏ ਸਾਲ ਜਨਮ ਦਿਹਾੜੇ ਵੀ ਬਦਲ ਜਾਂਦੇ ਆ, ਤੇ ਆਏ ਸਾਲ ਨਵੇਂ ਮਹੀਨੇ ਦੀ ਆਰੰਭਤਾ ਦਾ ਦਿਨ ਤਰੀਕ ਵੀ ਤਬਦੀਲ ਹੋ ਜਾਂਦਾ। ਕਿਉਂ ਨਾ ਹੋਵੇ ਕੁਝ ਹਟ ਕੇ ਵੱਖਰਾ ਕੈਲੰਡਰ ਤਿਆਰ ਕੀਤਾ ਜਾਏ। ਇਸ ਤਕਲੀਫ ਨੂੰ ਸ਼ੁਰੂਆਤ ਰੂਪ ਵਿੱਚ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਗੱਲ ਸ਼ੁਰੂ ਹੋਈ। ਫਿਰ ਇੱਕ ਸੁਹਿਰਦ ਤੇ ਗਿਆਨੀ ਸੱਜਣ ਪਾਲ ਸਿੰਘ ਪੁਰੇਵਾਲ ਦੀ ਅਗਵਾਈ ਵਿੱਚ ਜ਼ਿੰਮੇਵਾਰੀ ਲਾਈ ਗਈ ਵੀ ਤੁਸੀਂ ਕੈਲੰਡਰ ਤਿਆਰ ਕਰੋ। ਉਹਨਾਂ ਕੈਲੰਡਰ ਤਿਆਰ ਕੀਤਾ। ਉਹ ਹੁਣ ਇਸ ਦੁਨੀਆ ਵਿੱਚ ਨਹੀਂ, ਪਰ ਉਹਨਾਂ ਨਾਲ ਮਿਲਣ ਦਾ, ਬੈਠਣ ਦਾ ਬਹੁਤ ਮੌਕਾ ਮਿਲਿਆ। ਉਹਨਾਂ ਨੇ ਮਿਹਨਤ ਕੀਤੀ, ਲਗਭਗ 18 ਸਾਲ ਖੋਜ ਕਰਕੇ, ਪੜ੍ਹਾਈ ਕਰਕੇ, ਸੂਰਜੀ ਸਿਧਾਂਤ ਦੇ ਹਜ਼ਾਰਾਂ ਸਾਲਾਂ ਦੀ ਹਿਸਟਰੀ ਨੂੰ ਮੁੱਖ ਰੱਖ ਕੇ ਉਹਨਾਂ ਨੇ ਇੱਕ ਕੈਲੰਡਰ ਤਿਆਰ ਕੀਤਾ, ਜਿਹੜਾ ਭਾਰਤ ਵਿੱਚ ਸੂਰਜੀ ਸਿਧਾਂਤ ਦਾ ਪਹਿਲਾ ਕੈਲੰਡਰ ਸੀ। ਉਸ ਕੈਲੰਡਰ ਨੂੰ 2003 ਤੋਂ ਪਹਿਲਾਂ ਬਹੁਤ ਸਾਰੇ ਧਾਰਮਿਕ ਅਦਾਰਿਆਂ ਵਿੱਚ ਸੈਮੀਨਾਰ ਕਰਕੇ ਸਮਝਾਇਆ ਗਿਆ, ਤੇ ਫਿਰ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਉਹਨਾਂ ਦੀ ਅਗਵਾਈ ਥੱਲੇ 2003 ਵਿੱਚ ਉਸ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤਾ ਗਿਆ, ਜੋ ਬੇਸਡ ਔਨ ਸੂਰਜੀ ਸਿਧਾਂਤ ਤੇ ਸੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਨਾਲ ਜੁੜਦਾ ਸੀ। ਆਪ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਜਦੋਂ ਵੀ ਜ਼ਿਕਰ ਪੜ੍ਹੋਗੇ ਤੇ ਸੂਰਜ ਮੁਖ ਕਰਤਾ ਧਰਤਾ ਹੈ। ਆ ਸੰਗਰਾਂਦ ਦਾ ਜਿਹੜਾ ਕਨਸੈਪਟ ਹੈ, ਇਹ ਵੀ ਸੂਰਜ ਦਾ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਨ ਦਾ ਸਮਾਂ ਹੈ। ਇਸ ਟਾਈਮ ਨੂੰ ਵੀ ਅੱਗੇ ਪਿੱਛੇ ਨਹੀਂ ਕੀਤਾ ਜਾ ਸਕਦਾ। ਉਹ ਨੇਚਰ ਦੇ ਸਿਧਾਂਤ ਦੇ ਅਕੋਰਡਿੰਗ ਬਿਲਕੁਲ ਫਿਕਸ ਹੈ, ਪਰ ਜਦੋਂ ਚੰਦਰਮਾ ਦਾ ਸਿਧਾਂਤ ਲਾਗੂ ਕਰਕੇ ਸੰਗਰਾਂਦ ਨੂੰ ਵੇਖਿਆ ਜਾਂਦਾ ਹੈ ਤੇ ਸੰਗਰਾਂਦ ਹਰ ਸਾਲ ਬਦਲਦੀ ਹੈ, ਪਰ ਜਦੋਂ ਸੂਰਜੀ ਸਿਧਾਂਤ ਨੂੰ ਲਾਗੂ ਕਰਕੇ ਵੇਖੋਗੇ ਤੇ ਫਿਕਸ ਹੋਵੇਗੀ। ਇਸ ਪੱਖ ਨੂੰ ਥੋੜਾ ਜਿਹਾ ਮਹਿਸੂਸ ਕਰਿਓ। ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਸ ਸਾਇੰਸ ਦਾ ਵੀ ਜ਼ਿਕਰ ਹੈ। ਆਪ ਜੀ ਸਾਰੇ ਜਾਣਦੇ ਹੋ, ਸਤਿਗੁਰੂ ਦਾ ਇੱਕ ਬਚਨ ਹੈ, ਜਿਉਂ ਸੱਸ ਘਰ ਸੂਰ ਸਮਾਵੈ। ਆਪ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਕਰਨ ਵਾਲੇ ਸੱਜਣ ਹੋ, ਇਸ ਨੁਕਤੇ ਨੂੰ ਗੰਭੀਰਤਾ ਨਾਲ ਸਮਝੋਗੇ ਵੀ ਮਹਾਰਾਜ ਸੂਰਜ ਨੂੰ ਮੁੱਖ ਰੂਪ ਬਿਆਨ ਕਰਦੇ ਆ, ਵੀ ਚੰਦਰਮੇ ਦੀ ਜਿਹੜੀ ਰੌਸ਼ਨੀ ਹੈ ਉਹਦੀ ਆਪਣੀ ਨਹੀਂ, ਸੂਰਜ ਉਹਦੇ ਤੱਕ ਕਿਰਨਾਂ ਪਹੁੰਚਾਉਂਦਾ ਹੈ ਤੇ ਉਹ ਫਿਰ ਚਮਕਦਾ ਹੈ, ਤੇ ਸਾਨੂੰ ਲੱਗਦਾ ਹੈ ਵੀ ਚੰਦਰਮਾ ਦੀ ਜਿਹੜੀ ਰੌਸ਼ਨੀ ਹੈ ਉਹ ਵੱਖਰੇ ਰੂਪ ਵਿੱਚ ਸਾਡੇ ਸਾਹਮਣੇ ਨਜ਼ਰ ਆ ਰਹੀ। ਚੰਦਰਮਾ ਨਹੀਂ ਚਮਕ ਰਿਹਾ, ਸੂਰਜ ਦੀ ਰੌਸ਼ਨੀ ਉਸ ਦੀ ਚਮਕ ਨੂੰ ਪ੍ਰਗਟ ਕਰਦੀ ਹੈ। ਹੁਣ 2006 ਤੋਂ ਲੈ ਕੇ, ਵਾਹਿਗੁਰੂ 2003 ਤੋਂ ਲੈ ਕੇ 2009 ਤੱਕ ਇਹ ਫਿਕਸ ਡੇਟਾਂ ਵਾਲਾ ਕੈਲੰਡਰ ਲਾਗੂ ਰਿਹਾ। ਕੌਮ ਨੇ ਉਹਨਾਂ ਤਰੀਕਾਂ ਨੂੰ ਮੰਨਿਆ ਵੀ, ਸਵੀਕਾਰਿਆ ਵੀ, ਪਰ ਬਾਅਦ ਵਿੱਚ ਤੁਹਾਨੂੰ ਪਤਾ ਹੈ, ਤੁਸੀਂ ਅਖਬਾਰਾਂ ਦੀ ਕਟਿੰਗਸ ਪੜ੍ਹ ਸਕਦੇ ਹੋ, ਭਾਰਤ ਵਿੱਚ ਜਿਹੜੀ ਇਸ ਵਕਤ ਰਾਜ ਕਰਦਾ ਸ਼੍ਰੇਣੀ ਹੈ ਉਹਦੇ ਨਾਲ ਸੰਬੰਧਿਤ ਇੱਕ ਜਮਾਤ RSS, ਉਹਦਾ 2003 ਵਿੱਚ ਮੁਖੀ ਸੀ ਕੇ ਸੁਦਰਸ਼ਨ। ਉਹਦਾ ਪਹਿਲਾ ਬਿਆਨ ਸੀ ਵੀ ਸਿੱਖਾਂ ਨੂੰ ਜਿਹੜਾ ਇਹਨਾਂ ਨੇ ਵੱਖਰਾ ਕੈਲੰਡਰ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਵਿਚਾਰਧਾਰਾ ਤੋਂ ਵੱਖ ਹੋ ਕੇ ਤੇ ਪੁਰਾਤਨਤਾ ਤੋਂ ਵੱਖ ਹੋ ਕੇ ਲਾਗੂ ਕੀਤਾ ਹੈ, ਅਸੀਂ ਇਹਨੂੰ ਨਹੀਂ ਸਵੀਕਾਰਾਂਗੇ। ਅਖਬਾਰਾਂ ਵਿੱਚ
उस वक्त ऑल इंडिया रेडियो ते भी इस गल का अनाउंस किया गया। अज भी तुसी जदों गूगल करोगे तुहानू उस बयान दियां अखबारां दियां कटिंग्स मिल जाणगियां। इहदा मतलब सिख स्वीकार रहे आ, पर किन्ना नू चंगा नहीं लगता ਜਿਹੜੇ सानू वक्री कौम मनण वास्ते भी तैयार नहीं हैगे, ਜਿਹੜੇ बार बार दावा करते आ भी तुसी साडे चों निकले हो। हाँ ठीक है, पिछोकड़ के तौर पर किसी नाल भी संबंध हो सकता है, पर जदों विचारधारा ही बदल जाए तो फिर कोई किसी चों नहीं निकलता होंदा। राह वखरे हो गए। सिखां दा वखरा फलसफा, वखरा सिद्धांत। अखीर लॉबी काम करती है। पंजाब की वजारत ते एक ऐसी धिर काबज़ हुंदी है जिहड़ी धिर सीधे तौर पर उन्हां दी गोदी विच बैठी रही। उन्होंने फिर 2009 विच अपना जथेदार बिठा के ते मूल नानक शाही कैलेंडर का भोग पा दिता। ते फिर श्रोमणी गुरुद्वारा प्रबंधक कमेटी नूं ये गल कहण लई मजबूर होना पिया वक्ती हुकूमत की अधीनगी थले भी साडा जिहड़ा नानक शाही कैलेंडर है वो बिक्रमी कैलेंडर मुताबक ही है। सूरजी कैलेंडर का अंत हो गया तो हुण जिहड़ा नानक शाही कैलेंडर है वो बिक्रमी कैलेंडर ते चंद्रमा के सिद्धांत मुताबक सफ़र करता है, जिहड़ा गुरु ग्रंथ साहिब की बाणी विच आईयां होईयां रुत्तां की तरतीब की पेशकारी नहीं करता। आप जी जिहड़े गुरबाणी ते वक्ती सिद्धांत नूं समझदे हो वो इस गल नूं जाणोगे। हुण एक संगरांद है अज 15 तरीक, एक संगरांद है 17 तरीक। 15 तरीक वाली जिहड़ी अज है वो सदा फिक्स रहेगी। अज तो 100 साल बाद भी जे अक्तूबर की 15 तरीक आएगी अज तो अज तो 100 साल बाद भी 15 ही होएगी, कोई तब्दीली नहीं। पर जिहड़ा चंद्रमा का सिद्धांत है उहदे विच घटंत स्वरूप है, इस करके दिन वधदे भी आ ते दिन घटदे भी आ। इस करके सिख अज भी टपला खांदे आ। महाराज धन सतगुरु गुरु नानक साहब सच्चे पातशाह जी के प्रकाश पुरब का जिक्र अक्सर, चलो वैसे तो 15 अप्रैल लिखिया गया साहित्य विच, पर कत्तक की पूर्णमाशी का जिक्र हुंदा रहा। पर तुसी चंद्रमा के उस सिद्धांत नूं वेखो तो कत्तक की पूर्णमाशी लंघ जाती है तो फिर कभी मगर विच महाराज गुरु नानक साहब का प्रकाश सानूं वेखण नूं मिलदा। इस करके मैं इत्थों की प्रबंधक कमेटी ने मूल नानक शाही नूं तरजीह दी है। दो पक्ष हुंदे आ, जां ते गल उपरों शुरू होवे ते थल्ले तक आवे, ते जां गल थल्लों शुरू हो के उपर तक जावे। उपरली धिर इस वक्त घूक सुती है, कौम की अडरी पहचान नूं नहीं समझ पा रही, तो फिर थल्ले तो गल शुरू होंदी है। बहुत सारे प्रबंधक इस सुहिरदता नूं समझते आ, जिहड़े कैलेंडर की हिस्टरी नाल जुड़े आ वो जानते आ भी कौमां विच जिहड़ी सब तो अडरी ते मुढ़ली पहचान उहदे विचों एक कैलेंडर भी हुंदा है जिहड़ा कौम अपना तैयार करे तो उस कैलेंडर मुताबक सफ़र करे। वाहिगुरू किरपा करे अज सूरजी सिद्धांत ते बने हुए कैलेंडर नानक शाही जो गुरु ग्रंथ साहिब की बाणी विच आए हुए दिन वारां दे उपर बेस्ड है, उस मुताबक अज कत्तक के महीने की आरंभता है। आप जी बैठे हो, गुरु गोद अंदर हाज़र हो, आपां पातशाह के बचन नूं विचार लईए। गुरु ग्रंथ साहिब की बाणी च 2 12 माह हैं। महाराज ने 12 महीनों का जिक्र किया, एक गुरु अर्जन देव पातशाह का ते दूसरा धन श्री गुरु नानक साहब महाराज का। गुरु ग्रंथ साहब की बाणी विच 15 थित्तां का भी जिक्र है। गुरु ग्रंथ साहब जी की बाणी विच 7 वारां का भी जिक्र है। गुरु ग्रंथ साहब जी की बाणी विच पहरे भी हैं, तो गुरु ग्रंथ साहब सच्चे पातशाह की बाणी विच दिन रहन का भी जिक्र है। समय की हर वंड का सिरलेख बाणी च मौजूद है। सतगुरु जिहड़ी समय की वंड है उन्हों इत्थों शुरू करते आ विसवे, चसियां, घड़ियां, पहरां, थित्ती, वारी, माह, होवा। विसवे का जिक्र है, चसियां का जिक्र है, घड़ियां का जिक्र है, पहरां का जिक्र है।
ਵਾਰਾਂ ਦਾ ਜ਼ਿਕਰ ਹੈ, ਥਿੱਤਾਂ ਦਾ ਜ਼ਿਕਰ ਹੈ, ਤੇ ਫਿਰ ਅਖੀਰ ਮਹੀਨਾ। 12 ਮਹੀਨੇ ਮਿਲਦੇ ਆ ਤੇ ਸਾਲ ਬਣਦਾ ਹੈ। ਪੰਜਾਬੀ ਦੀ ਬੋਲੀ ਮੁਤਾਬਕ ਗੱਲ ਚੇਤ ਤੋਂ ਆਰੰਭ ਹੁੰਦੀ ਹੈ। ਚੇਤ, ਵਿਸਾਖ, ਜੇਠ, ਹਾੜ, ਸੌਣ, ਭਾਦੋਂ, ਅੱਸੂ, ਕੱਤਾ, ਮੱਘਰ, ਪੋਹ, ਮਾਘ, ਫੱਗਣ। ਇਸ ਮੁਤਾਬਕ ਕੱਤਕ ਦੇ ਮਹੀਨੇ 'ਚ ਮਹਾਰਾਜ ਨੇ ਜੋ ਉਪਦੇਸ਼ ਸਾਡੇ ਨਾਲ ਸਾਂਝਾ ਕੀਤਾ ਉਹ ਆਪ ਜੀ ਦੇ ਸਨਮੁਖ ਰੱਖਾਂ। ਪਾਤਸ਼ਾਹ ਕਹਿੰਦੇ ਆ ਕੱਤਕ ਕਰਮ ਕਮਾਵਣੇ। ਇਹ ਲਾਈਫ ਨੂੰ ਸੋਹਣਾ ਬਣਾਉਣ ਦਾ ਜ਼ਿਕਰ ਹੈ ਵੀ ਜ਼ਿੰਦਗੀ ਵਿੱਚ, ਕਿਉਂਕਿ 12 ਮਾਹਾਂ ਦਾ ਜੋ ਵਿਸ਼ਾ ਹੈ, ਜੋ ਸਬਜੈਕਟ ਟਾਈਟਲ ਹੈ, ਉਹ ਇੱਥੋਂ ਸ਼ੁਰੂ ਹੁੰਦਾ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਤੇ ਬਾਣੀ ਵਿੱਚ ਵਿਸ਼ਾ ਵਸਤੂ ਸਭ ਤੋਂ ਅਹਿਮੀਅਤ ਹੈ, ਅਹਿਮ ਰੋਲ ਹੈ ਉਹਦਾ। ਰਹਾਓ ਵਾਲੀ ਪੰਕਤੀ ਜਾਂ ਆਰੰਭਕ ਸਰੂਪ, ਕਿੱਥੋਂ ਬਾਤ ਆਰੰਭ ਹੋਈ ਹੈ ਤੇ ਕਿੱਥੇ ਮੁੱਕੇਗੀ। ਇੱਕ ਬੇਨਤੀ ਕਰਾਂ, 12 ਮਾਹਾਂ ਦਾ ਜੇ ਸਿਰਫ ਕੱਤਕ ਦੇ ਮਹੀਨੇ ਦਾ ਪਾਠ ਪੜ੍ਹ ਕੇ ਤੇ ਸੋਚੋਗੇ ਵੀ ਸਾਰਾ ਕਨਸੈਪਟ ਸਮਝ ਆ ਜਾਏ, ਨਹੀਂ, ਸ਼ੁਰੂਆਤ ਆਰੰਭਤਾ ਤੋਂ ਕਰਨੀ ਪਏਗੀ। ਇਸੇ ਕਰਕੇ ਜ਼ਿਆਦਾਤਰ ਪਿੰਡਾਂ ਵਿੱਚ ਆਪ ਜੀ ਸਾਰੇ ਰਹੇ ਹੋ, ਉੱਥੇ ਜਦੋਂ ਸੰਗਰਾਂਦ ਵਾਲਾ ਦਿਨ ਹੁੰਦਾ ਸੀ ਤੇ 12 ਮਾਹਾਂ ਦਾ ਪੂਰਾ ਪਾਠ ਕੀਤਾ ਜਾਂਦਾ ਰਿਹਾ। ਬਾਅਦ ਵਿੱਚ ਚਲੋ ਹੁਕਮਨਾਮੇ ਦੇ ਸਰੂਪ ਵਿੱਚ ਮਹੀਨਾ ਪੜ੍ਹਿਆ ਜਾਂਦਾ ਸੀ ਵੀ ਇਹ ਮਹੀਨਾ ਖਾਸ ਹੈ, ਇਹਦੀ ਆਰੰਭਤਾ ਹੋਈ। ਉਹਦਾ ਕਾਰਨ ਹੀ ਇਹ ਹੈ ਕਿ ਤੁਸੀਂ ਪੂਰਾ ਪੜ੍ਹੋਗੇ ਤੇ ਤੁਹਾਨੂੰ ਸਬਜੈਕਟ ਦੀ ਤੇ ਵਿਸ਼ੇ ਦੀ ਸਮਝ ਪਏਗੀ। ਹੁਣ ਆਰੰਭਤਾ ਹੈ ਕੱਤਕ ਕਰਮ ਕਮਾਵਣੇ। ਕੱਤਕ ਦੇ ਮਹੀਨੇ ਵਿੱਚ ਪਰ ਜਿਹੜੇ ਕਰਮਾਂ ਦਾ ਜ਼ਿਕਰ ਹੈ ਉਹਦੀ ਆਰੰਭਤਾ ਪਿੱਛੇ ਹੈ। ਕਿਰਤ ਕਰਮ ਕੇ ਵਿਛੜੇ। ਮਾਲਕ ਜੀ, ਕਿਰਤ ਦਾ ਅਰਥ ਸੁਭਾਅ, ਆਦਤਾਂ। ਮਹਾਰਾਜ, ਅਸੀਂ ਆਪਣੇ ਕਰਮਾਂ ਦੇ ਤੇ ਆਪਣੇ ਸੁਭਾਅ ਤੇ ਆਪਣੀਆਂ ਆਦਤਾਂ ਕਰਕੇ ਤੇਰੇ ਤੋਂ ਦੂਰ ਹੋਏ, ਮਿਲਣਾ ਚਾਹੁੰਦੇ ਹਾਂ। ਇਹ ਸਾਡੀ ਚਾਹਤ ਹੈ। ਚਾਹਤ ਪੈਦਾ ਹੋ ਜਾਏ ਤੇ ਮਨੁੱਖ ਨੂੰ ਕਾਮਯਾਬੀ ਵੀ ਮਿਲ ਜਾਂਦੀ ਹੈ। ਅਸੀਂ ਅਕਸਰ ਪੜ੍ਹਦੇ ਰਹੇ ਆ, ਜਹਾਂ ਚਾਹ ਹੈ ਵਹਾਂ ਰਾਹ ਹੈ। ਉਮੀਦ, ਆਸ ਤੇ ਮਨ ਵਿੱਚ ਚਾਹਤ ਹੋਵੇ ਤੇ ਇਨਸਾਨ ਕਾਮਯਾਬ ਹੁੰਦਾ। ਵਾਹਿਗੁਰੂ ਕਿਰਪਾ ਕਰੇ। ਪਾਤਸ਼ਾਹ ਕਹਿੰਦੇ, ਰੱਬ ਜੀ, ਗੱਲ ਸਮਝ ਪੈ ਗਈ ਵੀ ਆਪਣੇ ਕਰਮਾਂ ਕਰਕੇ ਦੂਰ ਹੋਏ ਆ। ਹੁਣ ਤੁਸੀਂ ਤਰਸ ਕਰੋ, ਸਾਨੂੰ ਆਪਣੇ ਨਾਲ ਜੋੜ ਲਓ। ਇਹ ਵੀ ਪਤਾ ਹੈ ਵਿਛੋੜਾ ਸੁੱਖ ਨਹੀਂ ਦਿੰਦਾ। ਮਹਾਰਾਜ ਕਹਿੰਦੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, 4 ਕੁੰਟ ਦਹਿ ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸ਼ਾਮ। 4 ਕੁੰਟਾਂ ਵਿੱਚ 10 ਦਿਸ਼ਾਵਾਂ ਵਿੱਚ ਭਟਕ ਕੇ ਆਏ ਆ ਤੇ ਕਿਤੇ ਉਹ ਸਾਨੂੰ ਮਿਲਾਪ ਦਾ ਸੁੱਖ ਨਸੀਬ ਨਹੀਂ ਹੋਇਆ। ਤੇਰੀ ਸ਼ਰਨ ਵਿੱਚ ਆਏ ਆ। ਫਿਰ ਨਾਲ ਇਹ ਵੀ ਕਿਹਾ, ਰੱਬ ਜੀ, ਆਪਾਂ ਸਾਰੇ ਪਿੰਡਾਂ ਚੋਂ ਨਿਕਲ ਕੇ ਆਏ ਆ। ਖੁਰਲੀ ਤੇ ਉਹੀ ਗਾਂ ਬੰਨ ਕੇ, ਮੱਝ ਬੰਨ ਕੇ ਉਹਨੂੰ ਹੀ ਪੱਠੇ ਪਾਏ ਜਾਂਦੇ ਆ ਜਿਹੜੀ ਦੁੱਧ ਦਿੰਦੀ ਆ। ਤੇ ਤੁਹਾਨੂੰ ਪਤਾ ਹੈ, ਖਾਸ ਕਰਕੇ ਗਊ ਮਾਤਾ ਦੇ ਤੇ ਹਾਲ ਇੰਡੀਆ 'ਚ ਇਸ ਟਾਈਮ ਹੋਰ ਵੀ ਬੁਰੇ ਆ। ਅੱਗੇ ਤਾਂ ਚਲੋ ਆਦਾਨ ਪ੍ਰਦਾਨ ਹੋ ਜਾਂਦਾ ਸੀ, ਕਿਸੇ ਨੇ ਖਰੀਦ ਲਈ ਤੇ ਕਿਸੇ ਨੇ ਵੇਚ ਲਈ। ਹੁਣ ਤਾਂ ਜਿਹੜੀ ਦੁੱਧ ਦੇਣ ਤੋਂ ਹਟ ਜਾਂਦੀ ਹੈ ਉਹਦੇ ਰੱਸੇ ਖੋਲ੍ਹ ਦਿੱਤੇ ਜਾਂਦੇ ਆ। ਫਿਰ ਉਹ ਵਿਚਾਰੀ ਕਿਤੇ ਤਾਰਾਂ 'ਚ ਵੱਜਦੀ ਫਿਰਦੀ ਹੈ, ਕਦੀ ਕਿਤੇ ਜ਼ਖਮ ਖਾਂਦੀ ਹੈ, ਕਦੀ ਕਿਤੇ ਜ਼ਖਮ ਖਾਂਦੀ ਹੈ। ਮਹਾਰਾਜ ਲਿਖਦੇ ਆ, ਧੇਨ ਦੁੱਧੈ ਤੇ ਬਾਹਰੀ, ਕਿਤੇ ਨਾ ਆਵੈ ਕਾਮ। ਦੁੱਧ ਤੋਂ ਸਖਣੀ ਗਾਂ ਕਿਸੇ ਕੰਮ ਨਹੀਂ। ਚਲੋ ਹੁਣ ਕਹਿ ਸਕਦੇ ਆ ਵੀ ਉਹ ਫੜ ਕੇ ਵੱਢ ਲੈਂਦੇ ਆ ਜੀ, ਭਾਵੇਂ ਠੀਕ ਹੈ, ਭਾਰਤ ਵਿੱਚ ਗਊ ਮਾਤਾ ਆਖਿਆ ਜਾਂਦਾ ਹੈ, ਪਰ ਸਭ ਨੂੰ ਪਤਾ ਹੈ ਭਾਰਤ ਬੀਫ ਦਾ ਸਭ ਤੋਂ ਵੱਡਾ ਐਕਸਪੋਰਟਰ ਵੀ ਹੈ। ਸਾਰੀ ਦੁਨੀਆ ਵਿੱਚ ਜਿੱਥੇ ਵੀ ਗਾਂ ਦਾ ਮਾਸ ਤੁਹਾਨੂੰ ਲੱਭੇ, ਉੱਥੇ ਮੇਡ ਇਨ ਇੰਡੀਆ ਤੁਹਾਨੂੰ ਮਿਲੇਗਾ। ਇੱਥੇ ਵੀ ਸਟੋਰਾਂ 'ਚ ਜਾ ਕੇ ਵੇਖ ਲੈਣਾ ਚਾਹੀਦਾ। ਧਰਮ ਦੇ ਨਾਂ 'ਤੇ ਜਿਸ ਪਸ਼ੂ ਨੂੰ ਜੇ ਕਿਤੇ ਕੋਈ ਟਰਾਂਸਪੋਰਟ ਕਰਦਾ ਫੜਿਆ ਜਾਵੇ ਤੇ ਉਹਨੂੰ ਕਤਲ ਕਰਨ ਤੱਕ ਜਾਂਦੇ ਆ, ਪਰ ਸਾਰੀ ਦੁਨੀਆ ਵਿੱਚ ਉਹੀ ਮਾਂ ਵੱਢ ਕੇ ਵੀ ਖਾਧੀ ਜਾਂਦੀ ਹੈ। ਖੈਰ, ਧੇਨ ਦੁੱਧੈ ਤੇ ਬਾਹਰੀ, ਕਿਤੇ ਨਾ ਆਵੈ ਕਾਮ। ਇੱਕ ਬੇਨਤੀ ਇੱਥੇ ਜ਼ਰੂਰ ਕਰਨੀ ਚਾਹੁੰਦਾ, ਸਿੱਖੋ, ਤੁਹਾਡੇ ਲਈ ਜਿੱਦਾਂ ਦੀ ਗਾਂ ਉੱਦਾਂ ਦੀ ਮੱਝ।
ਸਾਡੇ ਲਈ ਉਹ ਪਸ਼ੂ ਹੈ। ਤੇ ਜਿਹੜੇ ਘਰਾਂ 'ਚ ਰੱਖਦੇ ਰਹੇ ਆ, ਉਹ ਭਾਵੇਂ ਆਪ ਇੱਕ ਡੰਗ ਦੀ ਰੋਟੀ ਭਾਵੇਂ ਫਿਰ ਵੀ ਟਾਲਾ ਕਰ ਜਾਣ ਜਾਂ ਸਮਾਂ ਟਪਾ ਜਾਣ, ਪਰ ਉਹ ਪਸ਼ੂਆਂ ਦੇ ਪੱਠਿਆਂ ਦਾ ਸਦਾ ਖਿਆਲ ਰੱਖਦੇ ਵੀ ਉਹ ਖੁਰਲੀ ਤੇ ਵੱਜਿਆ, ਉਹ ਭੁੱਖੇ ਨਹੀਂ ਰਹਿਣੇ ਚਾਹੀਦੇ। ਜਿੰਨਾ ਸਤਿਕਾਰ ਕਿਸਾਨ ਨੇ ਗਾਂ ਨੂੰ, ਮੱਝ ਨੂੰ ਦਿੱਤਾ, ਉਹਨਾਂ ਧਰਮੀ ਮਨੁੱਖਾਂ ਨੇ ਨਹੀਂ। ਆ ਤੁਸੀਂ ਮਹਿਸੂਸ ਕਰੋ ਜਾ ਕੇ, ਅੱਜ ਵੀ ਜਿਹੜੇ ਗਊਸ਼ਾਲਾ ਬਣੀਆਂ ਨੇ, ਭੁੱਖੀਆਂ ਮਰਦੀਆਂ ਫਿਰਦੀਆਂ ਨੇ। ਨਿੱਤ ਖਬਰਾਂ ਆਉਂਦੀਆਂ ਨੇ ਵੀ ਤਾੜਤਾਂ ਲਈਆਂ, ਸਰਕਾਰੀ ਦਰਬਾਰੇ ਟੈਕਸ ਵੀ ਲਾ ਦਿੱਤਾ ਤੇ ਪੈਸਾ ਵੀ ਇਕੱਠਾ ਕਰ ਲਿਆ, ਪਰ ਉੱਥੇ ਉਹ ਭੁੱਖਮਰੀ ਦਾ ਸ਼ਿਕਾਰ ਹੋ ਕੇ ਦਮ ਤੋੜ ਦਿੰਦੀਆਂ ਨੇ। ਬਹੁਤ ਕੁਝ ਹੈ ਜਿਹੜਾ ਧਰਮ ਦੇ ਨਾਂ ਤੇ ਓਹਲਾ ਰੱਖ ਕੇ ਪਾਪ ਕਮਾਇਆ ਜਾਂਦਾ ਹੈ। ਪਰ ਪਾਤਸ਼ਾਹ ਨੇ ਉਦਾਹਰਨ ਦਿੱਤੀ ਹੈ, ਦੁੱਧ ਤੋਂ ਸਖਣੀ ਫੰਡਰ ਗਾਂ ਕਿਸੇ ਕੰਮ ਨਹੀਂ। ਰੱਬਾ, ਤੇਰੇ ਨਾਮ ਤੋਂ ਸਖਣੇ ਤੇ ਚੰਗੇ ਕਰਮਾਂ ਤੋਂ ਸਖਣੇ ਅਸੀਂ ਵੀ ਕਿਸੇ ਕੰਮ ਦੇ ਨਹੀਂ। ਸਾਡੀ ਵੀ ਵੈਲਿਊ ਨਹੀਂ ਪੈ ਰਹੀ। ਧੇਨ ਦੁੱਧ ਹੈ ਤੇ ਬਾਹਰੀ, ਕਿਤੇ ਨਾ ਆਵੈ ਕਾਮ। ਜਲ ਬਿਨ ਸ਼ਾਖ ਕੁਮਲਾਵਤੀ, ਉਪਜੈ ਨਾਹੀਂ ਦਾਮ। ਪਾਣੀ ਤੋਂ ਬਿਨਾਂ ਸ਼ਾਖਾਵਾਂ ਕੁਮਲਾ ਜਾਂਦੀਆਂ ਨੇ, ਬਨਸਪਤੀ ਨਹੀਂ ਹੁੰਦੀ, ਫਲ ਫਸਲ ਨਹੀਂ ਲੱਗਦਾ। ਤੇ ਪਾਤਸ਼ਾਹ ਕਹਿੰਦੇ ਆ ਨਾ ਫਿਰ ਦਮੜੇ ਮਿਲਦੇ ਆ। ਪਾਣੀ ਹੈ ਤੇ ਸਭ ਕੁਝ ਹੈ। ਕੁਦਰਤੀ ਸਰੋਤਾਂ ਦਾ ਵੀ ਮਹਾਰਾਜ ਨੇ ਸਰੂਪ ਸਮਝਾ ਦਿੱਤਾ ਤੇ ਕਰਮਾਂ ਦੀ ਗੱਲ ਵੀ ਸਮਝਾ ਦਿੱਤੀ। ਬਾਣੀ ਬਹੁ ਪੱਖੀ ਹੈ। ਨਾਲ ਨਾਲ ਪਾਤਸ਼ਾਹ ਨੇ ਇਹ ਵੀ ਕਹਿ ਦਿੱਤਾ ਵੀ ਜਾਲੀ ਜੀਵਨ ਹੈ, ਪਾਣੀ ਤੋਂ ਬਿਨਾਂ ਕੁਝ ਨਹੀਂ। ਤੇ ਨਾਲ ਇਹ ਵੀ ਕਹਿ ਦਿੱਤਾ ਵੀ ਪਾਣੀ ਨਹੀਂ ਮਿਲੇਗਾ ਤੇ ਕੁਮਲਾ ਜਾਣਗੀਆਂ ਫਸਲਾਂ। ਇੱਦਾਂ ਹੀ ਭਾਈ, ਜੇ ਤੁਹਾਡੀ ਜ਼ਿੰਦਗੀ 'ਚ ਨਾਮ ਤੇ ਗੁਣ ਨਹੀਂ ਹੋਣਗੇ ਤੇ ਜੀਵਨ ਵੀ ਕੁਮਲਾ ਜਾਏਗਾ। ਹਰ ਪੱਖ ਤੋਂ ਬਹੁ ਪੱਖੀ ਵਿਚਾਰਧਾਰਾ। ਹੁਣ ਇਹ ਗੱਲ ਸਮਝ ਪੈ ਗਈ ਵੀ ਆਪਣੇ ਕਰਮਾਂ ਕਰਕੇ ਤੇ ਆਦਤਾਂ ਕਰਕੇ ਰੱਬ ਤੋਂ ਦੂਰੀ ਬਣੀ ਹੈ। ਫਿਰ ਮਿਲਾਪ ਦਾ ਮਾਰਗ ਸ਼ੁਰੂ ਹੁੰਦਾ ਹੈ। ਚੇਤ ਗੋਬਿੰਦ ਅਰਾਧੀਏ ਦੀ ਗੱਲ ਹੈ। ਵੈਸਾਖ ਧੀਰਨ ਕਿਉਂ ਵਾਢੀਆਂ, ਵਿਛੋੜੇ ਦਾ ਅਹਿਸਾਸ। ਫਿਰ ਜੇਠ ਜੁੜਨ ਦਾ ਲੋੜੀਏ ਦਾ ਪ੍ਰਕਰਨ ਹੈ। ਪ੍ਰੇਰਨਾ ਹੈ ਵੀ ਜੁੜੋ ਭਾਈ, ਤੁਰੋ ਤੇ ਸਹੀ। ਜੇ ਵਿਛੋੜਾ ਮਿਟਾਉਣਾ ਹੈ ਤੇ ਤੁਹਾਨੂੰ ਕਦਮ ਪੁੱਟਣੇ ਪੈਣੇ। ਫਿਰ ਸਤਿਗੁਰੂ ਕਹਿੰਦੇ ਆ, ਅਸਾੜ ਤਪੰਦਾ ਤਿਸ ਲੱਗੈ, ਹਰਨਾ ਨਾ ਜਿੰਨਾ ਪਾਸ। ਅੰਦਰ ਵਿਕਾਰਾਂ ਦੀ ਤਪਸ਼, ਔਗਣਾਂ ਦੀ ਅੱਗ ਤਾਂ ਬਲਦੀ ਹੈ, ਰੱਬ ਦੇ ਨਾਮ ਤੋਂ ਜੀਵਨ ਸਖਣਾ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਰਸ ਭਰਪੂਰ ਜ਼ਿੰਦਗੀ ਉਹ ਹੈ ਜਿਹਦੀ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਬਣ ਗਈ। ਸਤਿਗੁਰੂ ਕਹਿੰਦੇ ਹਾਂ, ਜਦੋਂ ਸਫ਼ਰ ਵਿੱਚ ਤੁਰੋਗੇ ਤੇ ਭਟਕਣਾ ਵੀ ਪੈਦਾ ਹੋਏਗੀ। ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ। ਫਿਰ ਤੁਰੋਗੇ ਤੇ ਪ੍ਰੇਮ ਵੀ ਜਨਮ ਲਏਗਾ। ਅਸੁਨ ਪ੍ਰੇਮ ਉਮਾਹੜਾ, ਚਾਹਤ ਵੀ ਪੈਦਾ ਹੋਏਗੀ। ਸਵਾਲ ਵੀ ਆਏਗਾ, ਕਿਉਂ ਮਿਲੀਐ ਹਰ ਜਾਏ। ਫਿਰ ਸਤਿਗੁਰੂ ਅੱਗੇ ਕਹਿਣਗੇ, ਜਦੋਂ ਪ੍ਰੇਮ ਉਤਸ਼ਾਹ ਤੇ ਉਛਾਲੇ ਮਾਰੇਗਾ ਨਾ, ਫਿਰ ਮਿਲਾਪ ਲਈ ਪੂਰਾ ਮਾਹੌਲ ਬਣ ਜਾਏਗਾ। ਤੇ ਅਗਲੀ ਆਰੰਭਤਾ ਹੈ ਕੱਤਕ ਕਰਮ ਕਮਾਵਣੇ। ਫਿਰ ਇਹ ਵੀ ਸਮਝ ਆ ਜਾਏਗੀ ਵੀ ਵਿਛੋੜਾ ਕਿਸੇ ਦੂਸਰੇ ਦੇ ਕੀਤੇ ਹੋਏ ਪਾਪ ਜਾਂ ਕਰਮ ਕਰਕੇ ਨਹੀਂ, ਵਿਛੋੜਾ ਤੇ ਆਪਣੇ ਕਰਮਾਂ ਕਰਕੇ। ਮਹਾਰਾਜ ਕਹਿੰਦੇ ਆ, ਕੱਤਕ ਕਰਮ ਕਮਾਵਣੇ। ਕੱਤਕ ਦੇ ਮਹੀਨੇ 'ਚ ਰੱਬੀ ਮਿਲਾਪ ਲਈ ਕੀਤੇ ਜਾ ਰਹੇ ਕਰਮ ਤੇ ਇਸ ਗੱਲ ਦਾ ਖਿਆਲ ਵੀ ਇਹ ਕਰਮ ਮੈਂ ਕਰਾਂਗਾ ਤੇ ਮਿਲਾਪ ਵੀ ਮੇਰਾ ਹੀ ਹੋਏਗਾ। ਤੇ ਜੇ ਵਿਛੋੜਾ ਹੈ ਤੇ ਕਿਸੇ ਦੂਸਰੇ ਕਰਕੇ ਨਹੀਂ, ਆਪਦੇ ਕਰਮਾਂ ਕਰਕੇ ਹੈ। ਦੋਸ਼ ਨਾ ਕਾਹੂ ਜੋਗ। ਇਹ ਰੱਬੀ ਸਾਂਝ ਦਾ ਜ਼ਿਕਰ ਹੈ। ਇਸ ਦੁਨੀਆ ਦੀ ਰਾਜਨੀਤੀ ਵਿੱਚ ਬਹੁਤੇ ਦੋਸ਼ੀ ਵੀ ਹਨ। ਕਿਸੇ ਦੂਸਰੇ ਦੇ ਕਰਮ ਕਰਕੇ ਵੀ ਮਨੁੱਖ ਨੂੰ ਇਸ ਦੁਨੀਆ 'ਚ ਸਜ਼ਾ ਮਿਲ ਰਹੀ ਹੈ, ਪਰ ਇਹ ਅਧਿਆਤਮਿਕ ਜੀਵਨ ਦੀ ਬਾਤ ਹੈ। ਬਾਣੀ ਕਈ ਥਾਵਾਂ ਤੇ ਬਹੁ ਪੱਖੀ ਹੈ ਤੇ ਕਈ ਥਾਵਾਂ ਤੇ ਇੱਕ ਪੱਖੀ ਹੈ। ਹੁਣ ਜਿਨ੍ਹਾਂ ਨੇ 1984 ਜਾਂ ਉਸ ਤੋਂ ਪਹਿਲਾਂ ਆਪਣੀ ਜ਼ਿੰਦਗੀ 'ਚ ਰੱਜ ਕੇ ਜ਼ੁਲਮ ਕੀਤਾ, ਦੁੱਧ ਪੀਂਦੇ ਬੱਚਿਆਂ ਨੂੰ ਕਤਲ ਕੀਤਾ, ਜਬਰ ਜਨਾਹ ਕੀਤਾ, ਉਹ ਦੋਸ਼ੀ ਰਹਿਣਗੇ, ਕਿਉਂਕਿ ਉਹਨਾਂ ਦੇ ਕੀਤੇ ਹੋਏ ਪਾਪ ਉਹਨਾਂ ਦੇ ਸਿਰ ਸਦਾ ਚੜ੍ਹ ਕੇ ਬੋਲਣਗੇ। ਪਰ
ਇੱਥੇ ਗੱਲ ਹੈ ਰੱਬੀ ਮਿਲਾਪ ਦੀ, ਕੁਦਰਤੀ ਤੌਰ ਤੇ ਪਰਮਾਤਮਾ ਨਾਲ ਇੱਕਮਿਕ ਹੋਣ ਦੀ। ਤੇ ਜਿਹੜੀ ਜੀਵ ਰੂਪੀ ਇਸਤਰੀ ਇਹ ਗੱਲ ਦਾਵਾ ਕਰਕੇ ਕਹਿੰਦੀ ਆ ਵੀ ਫਲਾਣੇ ਨੇ ਮੈਨੂੰ ਰੋਕਿਆ ਹੈ, ਮਹਾਰਾਜ ਕਹਿੰਦੇ ਨਹੀਂ, ਦੋਸ਼ ਨਾ ਕਾਹੂ ਜੋਗ, ਕਿਸੇ ਦੂਸਰੇ ਤੇ ਬਲੇਮ ਨਹੀਂ ਕਰਨਾ। ਜੇ ਅੱਜ ਮਨ ਰੋਗੀ ਹੈ, ਜੀਵਨ ਵਿੱਚ ਢਹਿੰਦੀ ਕਲਾ ਹੈ, ਨਿਰਾਸ਼ਤਾ ਹੈ, ਦੁੱਖ ਹਾਵੀ ਹੋਏ ਬੈਠੇ ਆ, ਤੇ ਵਿਕਾਰ ਜ਼ਿੰਦਗੀ ਤੇ ਹਮਲਾ ਬੋਲ ਰਹੇ ਆ, ਤੇ ਕਿਸੇ ਦੂਸਰੇ ਦੇ ਸਿਰ ਨਾ ਮੜ। ਤੂੰ ਆਪਣੇ ਮਨ ਨੂੰ ਮਜ਼ਬੂਤ ਕਰਨ ਵਾਸਤੇ, ਰੱਬੀ ਮਿਲਾਪ ਵਾਸਤੇ ਕੋਈ ਕਰਮ ਨਹੀਂ ਕੀਤਾ। ਇਹ ਤੇਰੀ ਆਪਣੀ ਕਮਜ਼ੋਰੀ। ਇਸੇ ਨੂੰ ਐਕਸਪਲੇਨ ਕੀਤਾ ਗਿਆ, ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ। ਇਸ ਦੁਨੀਆ ਵਿੱਚ ਬਾਹਰੀ ਤੌਰ ਤੇ ਕੋਈ ਕ੍ਰਾਈਮ ਕਰੇਗਾ ਤੇ ਕ੍ਰਿਮੀਨਲ ਹੈ, ਦੋਸ਼ੀ ਹੈ, ਪਰ ਇੱਥੇ ਸਫ਼ਰ ਅਧਿਆਤਮਿਕ ਜੀਵਨ ਦਾ ਹੈ। ਬਹੁਤੇ ਬੰਦੇ ਇਹ ਗੱਲ ਕਹਿ ਦਿੰਦੇ ਆ, ਜਦੋਂ ਭੁਗਤਣਾ ਹੀ ਆਪਣੇ ਕੀਤੇ ਕਰਮਾਂ ਦਾ ਹੈ ਤੇ ਫਿਰ ਕੋਈ ਦੋਸ਼ੀ ਕਿਉਂ, ਹਕੂਮਤਾਂ ਗੁਨਾਹਗਾਰ ਹੁੰਦੀਆਂ ਨੇ। ਇੱਥੇ ਅਧਿਆਤਮਿਕ ਜੀਵਨ ਦੀ ਬਾਤ ਹੈ। ਸਬਜੈਕਟ ਟਾਈਟਲ ਨੂੰ ਅੰਡਰਸਟੈਂਡ ਕਰਕੇ ਰੱਬੀ ਮਾਰਗ ਦੇ ਸਰੂਪ ਨੂੰ ਸਮਝਣਾ ਜ਼ਰੂਰੀ ਹੈ। ਹੁਣ ਜਿੰਨਾ ਮਰਜ਼ੀ ਕੋਈ ਕਰਮਾਂ ਦੀ ਖੇਡ ਦਾ ਪੱਖ ਪਾਸਾ ਇਸ ਪਾਸੇ ਲਾ ਲਵੇ, ਜੇ ਵਜ਼ੀਰ ਖਾਂ ਨੇ ਜ਼ੁਲਮ ਕੀਤਾ ਸਾਹਿਬਜ਼ਾਦਿਆਂ ਤੇ ਸਾਹਿਬਜ਼ਾਦਿਆਂ ਦੇ ਕਰਮਾਂ ਦਾ ਕੋਈ ਦੋਸ਼ ਨਹੀਂ ਸੀ। ਵਜ਼ੀਰ ਖਾਂ ਪਾਪੀ ਸੀ, ਪਾਪੀ ਹੈ ਤੇ ਸਦਾ ਰਹੇਗਾ। ਪਰ ਰੱਬੀ ਮਿਲਾਪ, ਮਾਲਕ ਨਾਲ ਸਾਂਝ, ਇੱਕਮਿਕਤਾ, ਉਹ ਪਰਮਾਤਮਾ ਮਾਲਕ ਵਾਹਿਗੁਰੂ ਜੀ ਦੇ ਨਾਲ ਜਿਹੜਾ ਮਿਲਾਪ ਹੈ, ਉਹ ਕਿਸੇ ਦੂਸਰੇ ਦੇ ਕਰਕੇ ਨਹੀਂ ਟੁੱਟਦਾ। ਉਹ ਆਪਣੀਆਂ ਆਦਤਾਂ ਜਿਨ੍ਹਾਂ ਨੇ ਤੋੜਨਾ ਹੋਵੇ, ਉਹ ਸੋਹਣੇ ਮਖਮਲੀ ਬੈੱਡਾਂ ਤੇ ਸੁੱਤੇ ਹੋਏ ਵੀ ਤੋੜ ਜਾਂਦੇ ਆ, ਤੇ ਜਿਨ੍ਹਾਂ ਨੇ ਮਿਲਾਪ ਰੱਖਣਾ ਹੋਵੇ, ਉਹ ਸਿਰ ਤੇ ਆਰੇ ਰਖਵਾਏ ਹੋਣ ਫਿਰ ਵੀ ਕਹਿੰਦੇ ਆ ਸਾਡੀ ਸਾਂਝ ਹੈ। ਇਸ ਕਰਕੇ ਕੋਈ ਦੂਸਰਾ ਦੋਸ਼ੀ ਨਹੀਂ। ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਮਨ ਰੋਗੀ ਹੈ, ਪਰਮੇਸ਼ਰ ਤੇ ਭੁੱਲਿਆ। ਰੱਬ ਤੋਂ ਦੂਰੀ ਬਣਾ ਕੇ ਸਫ਼ਰ ਕੀਤੇ ਆ, ਪਰਮਾਤਮਾ ਨੂੰ ਵਿਸਾਰਿਆ। ਵਿਆਪਨ ਸਭੇ ਰੋਗ ਵਿਕਾਰ ਹਾਵੀ ਹੁੰਦੇ ਆ, ਕਾਮ ਵਾਸ਼ਨਾ ਹਾਵੀ ਹੁੰਦੀ ਹੈ, ਕ੍ਰੋਧ ਹਾਵੀ ਹੁੰਦਾ, ਹੰਕਾਰ ਹਾਵੀ ਹੁੰਦਾ ਹੈ, ਕਿਉਂਕਿ ਰੱਬ ਭੁੱਲ ਗਿਆ। ਪਰਮਾਤਮਾ ਨਾਲ ਸਾਂਝ ਬਣੀ ਰਹਿੰਦੀ ਤੇ ਪਰਮਾਤਮਾ ਚੇਤੇ ਰਹਿੰਦਾ। ਰੱਬ ਭੁੱਲਿਆ, ਮਨ ਰੋਗੀ ਹੋ ਗਿਆ। ਪਾਤਸ਼ਾਹ ਜੀ ਅੰਮ੍ਰਿਤ ਬਾਣੀ ਵਿੱਚ ਇਸ ਗੱਲ ਦਾ ਬੜਾ ਪਿਆਰਾ ਜ਼ਿਕਰ ਕਰਦੇ। ਇੱਕ ਸ਼ਬਦ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ, ਮਹਾਰਾਜ ਕਹਿੰਦੇ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ। ਅੱਖਰ ਜ਼ਰੂਰ ਥੋੜਾ ਜਿਹਾ ਧਿਆਨ ਕੇਂਦਰਿਤ ਕਰਿਆ ਕਰੀਏ। ਜਿਨ੍ਹਾਂ ਦੇ ਹਿਰਦੇ ਵਿੱਚ ਮੇਰੇ ਪਰਮਾਤਮਾ ਦੇ ਨਾਮ ਦਾ ਵਾਸਾ ਹੋਇਆ, ਤਿੰਨ ਕੇ ਉਹਨਾਂ ਦੇ ਸਭ ਰੋਗ ਗਵਾਏ, ਅੰਦਰ ਦੇ ਸਾਰੇ ਰੋਗ ਮਿਟ ਗਏ। ਹੰਕਾਰੀ ਨਹੀਂ, ਕ੍ਰੋਧੀ ਨਹੀਂ, ਵਾਸ਼ਨਾਵਾਂ ਦੇ ਬੱਝੇ ਹੋਏ ਨਹੀਂ, ਮਕਸਦ ਲਈ ਜੂਝਦੇ ਆ, ਲੜਦੇ ਆ। ਤੁਸੀਂ ਕਦੀ ਵੀ ਖਾਲਸਾ ਜੀ ਦੀ ਹਿਸਟਰੀ ਪੜ੍ਹ ਕੇ ਵੇਖੋ, ਜਿਹੜੇ ਬਾਣੀ 'ਚ ਇੱਕਮਿਕ ਨਿਮਰਤਾ ਕੁੱਟ-ਕੁੱਟ ਕੇ ਭਰੀ ਹੈ। ਜੰਗ ਲੜਦੇ ਆ, ਪਰ ਜਿੱਤਣ ਤੋਂ ਬਾਅਦ ਹੰਕਾਰ 'ਚ ਦਮਗੱਜੇ ਮਾਰ ਕੇ ਲਲਕਾਰੇ ਨਹੀਂ ਮਾਰਦੇ। ਇੱਕੋ ਗੱਲ ਕਹਿੰਦੇ ਆ, ਅਕਾਲ ਪੁਰਖ ਮਾਨਵਤਾ ਦੇ ਭਲੇ ਲਈ ਤੂੰ ਸਾਨੂੰ ਤੋਰਿਆ ਸੀ, ਜਿੱਤਿਆ ਹੈ ਤੇ ਜਿੱਤ ਵੀ ਤੇਰੀ ਹੈ। ਇਹੀ ਕਾਰਨ ਹੈ ਸਿੱਖਾਂ ਨੇ ਜਦੋਂ ਵੀ ਰਾਜ ਕੀਤਾ, ਭਾਵੇਂ ਉਹ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਪੀਰੀਅਡ ਹੋਵੇ, ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦਾ, ਆਪਸ ਵਿੱਚ ਭਾਵੇਂ ਜਿੰਨੀ ਮਰਜ਼ੀ ਖਿੱਚਤਾਨ ਰਹੀ ਹੈ, ਪਰ ਯਾਦ ਰੱਖੋ ਮਾਨਵਤਾ ਦੀ ਭਲਾਈ ਵਿੱਚ, ਇਨਸਾਨੀ ਹੱਕਾਂ ਹਕੂਕਾਂ ਦੀ ਰਾਖੀ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ। ਸਦਾ ਕੋਸ਼ਿਸ਼ ਕੀਤੀ ਗਈ ਇਨਸਾਫ ਮਿਲੇ, ਸਦਾ ਕੋਸ਼ਿਸ਼ ਕੀਤੀ ਗਈ ਕੋਈ ਨਿਰਾਸ਼ ਨਾ ਹੋਵੇ, ਸਦਾ ਕੋਸ਼ਿਸ਼ ਕੀਤੀ ਗਈ। ਜਿਹੜਾ ਦੋਹਰਾ ਗਿਆਨੀ ਗਿਆਨ ਸਿੰਘ ਨੇ ਲਿਖਿਆ ਸੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਅਖੀਰ ਚ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਏ। ਆਕੀ ਦਾ ਮਤਲਬ ਹੈ ਅੱਕਿਆ ਹੋਇਆ, ਦੁਖੀ ਨਾ ਹੋਵੇ ਕੋਈ। ਇਸ ਗੱਲ ਦਾ ਸਦਾ ਖਿਆਲ ਰੱਖਿਆ ਗਿਆ, ਕਿਉਂਕਿ ਮਨ ਰੋਗੀ ਨਹੀਂ ਸੀ, ਔਗਣਾਂ ਤੋਂ ਬਚੇ ਰਹੇ। ਜੀਵਨ ਵਿੱਚ ਠੀਕ ਹੈ ਕਈ ਥਾਵਾਂ ਤੇ ਖੜੋਤਾਂ ਵੀ ਪੈਦਾ ਹੋਈਆਂ, ਪਰ
ਮਾਲਕ ਨੂੰ ਸਦਾ ਚੇਤੇ ਕਰਦੇ ਰਹਿ। ਆਪਾਂ ਪਿਛਲੇ ਦਿਨੀ ਬਾਬਾ ਸਾਹਿਬ ਸਿੰਘ ਬੇਦੀ ਉਹਨਾਂ ਦੇ ਜੀਵਨ ਸੰਬੰਧੀ ਜ਼ਿਕਰ ਕੀਤਾ। ਯਾਦ ਰੱਖੋ, ਲਾਹੌਰ ਦੇ ਕਿਲੇ ਵਿੱਚ ਮਹਾਰਾਜਾ ਦੀ ਕੁਰਸੀ ਲੱਗਣ ਤੋਂ ਪਹਿਲਾਂ ਮਮਟੀ ਤਿਆਰ ਕੀਤੀ ਗਈ। ਉਸ ਮਮਟੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਤੇ ਜਿੱਥੇ ਤਖਤ ਲੱਗਦਾ ਸੀ ਉਹਦੇ ਤੋਂ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੈ, ਤਾਂ ਕਿ ਸਿੱਖ ਦੀ ਸੁਰਤ ਵਿੱਚ ਸ਼ਬਦ ਬੈਠਾ ਰਵੇ ਤੇ ਇਹ ਰੱਬ ਨਾਲ ਜੁੜਿਆ ਰਵੇ। ਪਰਮਾਤਮਾ ਭੁੱਲੇਗਾ ਤੇ ਔਗਣ ਜਨਮ ਲੈਣਗੇ, ਪਰਮਾਤਮਾ ਵਿਸਰੇਗਾ ਤੇ ਨਫ਼ਰਤ ਜਨਮ ਲਏਗੀ, ਈਰਖਾ ਪੈਦਾ ਹੋਏਗੀ, ਸਾਂਝੀਵਾਲਤਾ ਖਤਮ ਹੋ ਜਾਏਗੀ। ਇਨਸਾਨ ਫਿਰ ਸੌੜਾ ਹੋ ਜਾਂਦਾ, ਆਪਣੇ ਫਿਰਕੇ ਤੱਕ, ਆਪਣੀ ਕੌਮ ਤੱਕ ਸੀਮਤ ਰਹਿ ਜਾਂਦਾ। ਦੁਨੀਆ 'ਚ ਦੇਖੋ, ਜਿੰਨਾ ਵੀ ਰੇਸਿਜ਼ਮ ਹੈ, ਕਦੀ ਮਹਿਸੂਸ ਕਰੋ ਇਹ ਬਹੁਤਾਤ ਉਹਨਾਂ ਲੋਕਾਂ 'ਚ ਹੈ ਜਿਨ੍ਹਾਂ ਦੀ ਲਿਬਰਲ ਸੋਚ ਖਤਮ ਹੋ ਗਈ, ਜਿਹੜੇ ਸਿਰਫ ਆਪਣੀ ਕਮਿਊਨਿਟੀ ਤੱਕ, ਆਪਣੇ ਖਿੱਤੇ ਤੱਕ ਸੀਮਤ ਰਹਿ ਗਏ ਵੀ ਬਾਕੀ ਦੁਨੀਆ ਭਾਵੇਂ ਉਜੜ ਜਾਏ ਸਾਨੂੰ ਕੋਈ ਫਰਕ ਨਹੀਂ ਪੈਂਦਾ, ਅਸੀਂ ਵਸਦੇ ਰਹੀਏ। ਇਹ ਸਾਰੀਆਂ ਨਿਸ਼ਾਨੀਆਂ ਨੇ ਰੱਬ ਨੂੰ ਵਿਸਾਰਨ ਦੀਆਂ, ਏਕੇ ਨੂੰ ਖਤਮ ਕਰਨ ਦੀਆਂ। ਤੇ ਜਿਸ ਨੂੰ ਮਹਾਰਾਜ ਬਾਣੀ 'ਚ ਕਹਿੰਦੇ ਆ, ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਆਪਾਂ ਹੁਕਮਨਾਮਾ ਪੜ੍ਹਿਆ ਅੱਜ ਤੱਕ, ਸਕਰੀਨ ਤੇ ਲਿਖਿਆ, ਅਖਰੀ ਅਰਥ ਵੀ ਨਾਲ ਨੇ। ਆਪ ਜੀ ਜਦੋਂ ਵੀ ਦਰਬਾਰ ਵਿੱਚ ਪਾਤਸ਼ਾਹ ਜੀ ਨੂੰ ਨਤਮਸਤਕ ਹੋਣ ਪਹੁੰਚਦੇ ਹੋ, ਉੱਥੇ ਖੜ ਕੇ ਬਚਨ ਪੜ੍ਹਦੇ ਹੋ, ਜਹਾਂ ਜਹਾਂ ਪੇਖੋਂ ਤਹ ਹਜ਼ੂਰ, ਦੂਰ ਕਤੋ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ, ਮਨ ਸਦਾ ਤੇ ਆਈ। ਪਰਮੇਸ਼ਰ ਭੁੱਲ ਗਿਆ ਤੇ ਮਨ ਰੋਗੀ ਹੋ ਗਿਆ। ਨਫ਼ਰਤ, ਈਰਖਾ, ਦਵੈਸ਼, ਮੇਰ ਤੇਰ, ਹੱਕ ਮਾਰਨੇ, ਲੁੱਟਣਾ, ਕੁੱਟਣਾ, ਹੰਕਾਰੀ ਬਣਨਾ, ਕਾਮੀ ਬਣਨਾ, ਕ੍ਰੋਧੀ ਬਣਨਾ, ਇਹ ਸਭ ਰੋਗੀ ਹੋਣਾ ਹੈ। ਤੇ ਜਿਨ੍ਹਾਂ ਜਿਨ੍ਹਾਂ ਦੇ ਜੀਵਨ ਵਿੱਚ ਇਹ ਰੋਗ ਹਾਵੀ ਨੇ, ਸਮਝੋ ਰੱਬ ਭੁੱਲ ਚੁੱਕਾ ਹੈ। ਜ਼ੁਬਾਨ ਭਾਵੇਂ ਵਾਹਿਗੁਰੂ ਸ਼ਬਦ ਬੋਲਦੀ ਹੈ, ਪਾਤਸ਼ਾਹ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਇਹਦੇ ਅਖਰੀ ਅਰਥ ਬਣ ਗਏ, ਰੱਬ ਤੋਂ ਆਪਣੇ ਕਰਮਾਂ ਕਰਕੇ ਜਿਨ੍ਹਾਂ ਨੇ ਦੂਰੀ ਬਣਾ ਲਈ ਜਾਂ ਸਾਂਝ ਤੋੜ ਲਈ, ਰੋਗੀ ਹੋ ਗਏ। ਬੇਮੁਖ ਹੋਏ ਰਾਮ ਤੇ, ਰਮੇ ਹੋਏ ਪਰਮਾਤਮਾ ਤੋਂ ਬੇਮੁਖ ਹੋ ਗਏ। ਲਗਨ ਜਨਮ ਵਿਜੋਗ, ਜਨਮਾਂ ਜਨਮਾਂਤਰਾਂ ਦਾ ਵਿਛੋੜਾ ਲੱਗ ਗਿਆ। ਤੇ ਜਿੰਨਾ ਚਿਰ ਤੱਕ ਮਿਲਾਪ ਨਹੀਂ ਹੋਏਗਾ ਉਹਨਾਂ ਚਿਰ ਤੱਕ ਜੀਵਨ ਸੋਹਣਾ ਨਹੀਂ। ਮਿਲਾਪ ਕੀ ਹੈ? ਗੁਰੂ ਦਾ ਸ਼ਬਦ ਸੁਰਤ ਵਿੱਚ ਵਸੇ ਤੇ ਸਾਰੀ ਦੁਨੀਆ ਵਿੱਚ ਰਮਿਆ ਹੋਇਆ ਅਕਾਲ ਪੁਰਖ ਨਜ਼ਰ ਆਵੇ। ਤੁਸੀਂ ਆਪ ਤਜਰਬਾ ਕਰ ਲੈਣਾ, ਜਿਨ੍ਹਾਂ ਜਿਨ੍ਹਾਂ ਮਨੁੱਖਾਂ ਦੀ ਸੋਚ ਵਿੱਚ ਇਹ ਗੱਲ ਟਿਕ ਜਾਂਦੀ ਹੈ ਵੀ ਕਰਤਾ ਪੁਰਖ ਸਭ ਦਾ ਮਾਲਕ ਹੈ, ਉਹ ਮਨੁੱਖ ਹੱਕ ਮਾਰਨ ਤੋਂ ਆਪੇ ਪਾਸੇ ਹਟ ਜਾਂਦੇ ਆ। ਉਹਨਾਂ ਨੂੰ ਦਰਦ ਦਾ ਵੀ ਅਹਿਸਾਸ, ਦੁੱਖ ਦਾ ਵੀ ਅਹਿਸਾਸ, ਤਕਲੀਫ ਦਾ ਵੀ ਅਹਿਸਾਸ। ਉਹ ਕਿਸੇ ਦਾ ਘਰ ਉਜਾੜਨ ਦੀ ਸੋਚ ਤੋਂ ਕੋਹਾਂ ਦੂਰ ਹੁੰਦੇ ਆ। ਕਿਉਂਕਿ ਆਪਾਂ ਜਦੋਂ ਨਾ ਪ੍ਰਸ਼ਾਦਾ ਵਰਤਾਉਂਦੇ, ਅੱਜ ਵੀ ਚਲੋ ਮਾਹੌਲ ਦੇ ਮੁਤਾਬਕ ਇੱਕ ਸ਼ਬਦ ਵਰਤਿਆ ਜਾਂਦਾ ਸੀ, ਪ੍ਰਸ਼ਾਦਾ ਵਾਹਿਗੁਰੂ ਜੀ। ਪ੍ਰਸ਼ਾਦਾ ਤੇ ਰੋਟੀ ਲਈ ਸ਼ਬਦ ਵਰਤਿਆ। ਜਿਹੜਾ ਵਾਹਿਗੁਰੂ ਸ਼ਬਦ ਹੈ ਨਾ, ਉਹ ਸਾਹਮਣੇ ਬੈਠੇ ਨੂੰ ਸੰਬੋਧਨ ਹੈ। ਵਾਹਿਗੁਰੂ ਜੀ ਪ੍ਰਸ਼ਾਦਾ, ਵਾਹਿਗੁਰੂ ਜੀ ਦਾਲਾ। ਇਹਦਾ ਮਤਲਬ ਸਿੱਖ ਜਿਸ ਨੂੰ ਰੋਟੀ ਖਵਾ ਰਿਹਾ ਹੈ, ਇਹ ਸਮਝ ਕੇ ਸੇਵਾ ਕਰਦਾ ਵੀ ਇਹ ਮੇਰਾ ਵਾਹਿਗੁਰੂ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਜਦੋਂ ਰੱਬ ਭੁੱਲਦਾ ਹੈ ਫਿਰ ਮਨ ਰੋਗੀ ਹੁੰਦਾ ਹੈ, ਵਿਛੋੜਾ ਪੈਂਦਾ ਹੈ, ਨਫ਼ਰਤ, ਈਰਖਾ, ਮਤਭੇਦ ਪੈਦਾ ਹੁੰਦਾ। ਮਤਭੇਦ ਕੁਦਰਤ ਦਾ ਹਿੱਸਾ ਹੈ। ਆਪਾ ਵਿਰੋਧੀ ਵਿਚਾਰਾਂ ਹੁੰਦੀਆਂ ਨੇ ਸਦਾ, ਪਰ ਮਨ ਭੇਦ ਨਹੀਂ ਹੋਣਾ ਚਾਹੀਦਾ, ਨਫ਼ਰਤ ਨਹੀਂ। ਖਾਲਸਾ ਇਸ ਗੱਲ ਦੀ ਸਿਰਜਣਾ ਦਾ ਖਿਆਲ ਰੱਖੇ। ਪਾਤਸ਼ਾਹ ਕਹਿੰਦੇ ਆ, ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ, ਖਿਨਮੇ ਕੌੜੇ ਹੋਏ ਗਏ। ਵਿਛੋੜਾ ਪਰਮਾਤਮਾ ਤੋਂ ਪਿਆ, ਵਿਕਾਰ ਹਾਵੀ। ਇੱਕ ਸਮਾਂ ਉਹ ਵੀ ਆਇਆ ਜਿਹੜੇ ਰਸ ਦਿੰਦੇ ਸਨ, ਹੁਣ ਉਜਾੜਾ ਬਣ ਗਏ, ਕੌੜੇ ਹੋ ਗਏ। ਅਸੀਂ ਬਾਣੀ 'ਚ ਇੱਕ ਬਚਨ ਪੜ੍ਹਦੇ ਹਾਂ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਚਲੋ, ਜਿਸ ਨੂੰ ਰਸ ਸਮਝਿਆ ਸੀ ਨਾ, ਉਹ ਬਰਬਾਦੀ ਨਿਕਲਿਆ। ਕਿਉਂਕਿ ਪਤਾ ਤੇ ਬਾਅਦ ਵਿੱਚ ਲੱਗਦਾ ਹੈ ਨਾ। ਇਸ ਕਰਕੇ ਮਹਾਰਾਜ ਕਹਿੰਦੇ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ।
ਗੁੱਸਾ ਆਇਆ, 4 ਗਾਲਾਂ ਕਿਸੇ ਨੂੰ ਕੱਢੀਆਂ, ਬੁਰਾ ਭਲਾ ਬੋਲਿਆ, ਇੱਕ ਵਾਰ ਤੇ ਕਿਹਾ ਵੀ ਫਲਾਣਾ ਬੰਦਾ ਮੇਰੇ ਸਾਹਮਣੇ ਬੋਲ ਨਹੀਂ ਪਾਇਆ। ਪਰ ਜਦੋਂ ਵਧੀਕੀ ਦੇ ਐਕਸ਼ਨ ਦਾ ਰਿਐਕਸ਼ਨ ਹੋਇਆ ਨਾ, ਫਿਰ ਪਤਾ ਲੱਗਾ ਵੀ ਇਹ ਤਾਂ ਬਹੁਤ ਗਲਤ ਕਰ ਬੈਠੇ, ਸਾਂਝਾਂ ਟੁੱਟ ਜਾਂਦੀਆਂ। ਇਸ ਕਰਕੇ 5 ਵਿਕਾਰਾਂ ਨੂੰ ਸੰਜਮ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ। ਰੋਗੀ ਬਿਰਤੀ ਨੂੰ ਅਰੋਗ ਕਰਨਾ ਬਹੁਤ ਜ਼ਰੂਰੀ ਹੈ। ਪਾਤਸ਼ਾਹ ਤਾਂ ਹੀ ਤਾਂ ਕਹਿੰਦੇ ਮੇਰੇ RAM ਹਰ ਜਨ ਅਰੋਗ ਪਏ, ਰੋਗ ਮੁਕਤ ਹੋ ਗਏ। ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ। ਗੁਰੂ ਉਪਦੇਸ਼ ਦੇ ਅਨੁਸਾਰ ਜਿਨ੍ਹਾਂ ਨੇ ਰੱਬ ਜੀ ਨਾਲ ਸਾਂਝ ਬਣਾਈ, ਤਿਨ ਕੇ ਹਉਮੈ ਰੋਗ ਗਏ, ਉਹ ਰੋਗ ਮੁਕਤ ਹੋ ਗਏ। ਮਨ ਰੋਗੀ ਨਹੀਂ ਹੈ, ਨਫ਼ਰਤ ਈਰਖਾ ਦਵੈਸ਼ ਤੋਂ ਰਹਿਤ ਹੈ, ਪ੍ਰੇਮ ਪਿਆਰ ਵਿੱਚ ਬੱਝ ਕੇ ਸਫ਼ਰ ਕਰਦਾ ਹੈ। ਸਤਿਗੁਰੂ ਕਹਿੰਦੇ ਆ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਹੁਣ ਰਸ ਨਹੀਂ ਰਹਿ ਗਏ, ਕਿਉਂਕਿ ਜੀਵਨ ਵਿੱਚ ਇੱਕ ਪਲ ਇੱਕ ਸਮਾਂ ਐਸਾ ਆਉਂਦਾ ਹੈ ਜਦੋਂ ਮਨ ਵਿਕਾਰਾਂ ਵਿੱਚ ਗ੍ਰਸਤ ਹੋ ਜਾਏ ਨਾ, ਤੇ ਜਿਨ੍ਹਾਂ ਸਵਾਦਾਂ ਨੇ ਸਾਰੀ ਜ਼ਿੰਦਗੀ ਸੁੱਖ ਦਿੱਤਾ ਉਹ ਸਵਾਦ ਦੁੱਖ ਵੀ ਦਿੰਦੇ ਆ। ਕਿਉਂਕਿ ਔਗਣ ਕੁਝ ਸਮੇਂ ਲਈ ਬੰਦੇ ਨੂੰ ਵਾਹਵਾਹੀ ਦਿੰਦੇ ਆ, ਬਾਅਦ ਵਿੱਚ ਤੇ ਯਾਦ ਰੱਖੋ ਮਹਾਰਾਜ ਬਾਣੀ 'ਚ ਕਹਿੰਦੇ ਆ ਤਿਤਮੁਖ ਥੁੱਕਾਂ ਪਾਹੇ ਵਾਲੀ ਗੱਲ ਹੋ ਜਾਂਦੀ ਹੈ। ਸਤਿਗੁਰੂ ਅਗਲੇਰੀਆਂ ਪੰਕਤੀਆਂ 'ਚ ਗੁਰਮੁਖੋ ਜ਼ਿਕਰ ਕਰ ਰਹੇ ਆ, ਵਿੱਚ ਨਾ ਕੋਈ ਕਰ ਸਕੈ ਕਿਸ ਥੈਂ ਰੋਵੈ ਰੋਜ਼। ਬੰਦਾ ਆਪਣੇ ਕਰਮਾਂ ਕਰਕੇ ਰੱਬ ਤੋਂ ਦੂਰ, ਪਰ ਹੁਣ ਤਰਲੇ ਕੱਢਦਾ ਦੁਨੀਆ ਅੱਗੇ ਵੀ ਕੋਈ ਵਿਚੋਲਾ ਲੱਭੇ, ਕੋਈ ਮੇਰੀ ਤਕਲੀਫ ਨੂੰ, ਮੇਰੇ ਦਰਦ ਨੂੰ, ਮੇਰੇ ਰੋਣੇ ਨੂੰ ਸੁਣੇ। ਤੇ ਯਾਦ ਰੱਖੋ ਵਿੱਚ ਨਾ ਕੋਈ ਕਰ ਸਕੇ, ਇੱਥੇ ਮੀਡੀਏਟਰ ਕੋਈ ਨਹੀਂ ਬਣ ਸਕਦਾ। ਕਿਸ ਥੈਂ ਰੋਵੈ ਰੋਜ਼, ਇੱਕੋ ਹੀ ਤਰੀਕਾ ਹੈ। ਗੁਰੂ ਕਹਿੰਦਾ ਹੈ ਕਰਮ ਸੁਧਾਰੋ, ਮਿਲਾਪ ਆਪੇ ਹੋ ਜਾਏਗਾ। ਵਿੱਚ ਕਿਸੇ ਨੇ ਜਿਵੇਂ 4 ਪੈਸੇ ਲੈ ਕੇ ਇੱਧਰੋਂ ਉੱਧਰੋਂ ਇਸ ਰਾਹ ਤੇ ਨਹੀਂ ਕੋਈ ਕੀਤਾ, ਕੁਝ ਵੀ ਕੀਤਾ ਜਾ ਸਕਦਾ। ਵਿੱਚ ਨਾ ਕੋਈ ਕਰ ਸਕੈ ਕਿਸ ਥੈਂ ਰੋਵੈ ਰੋਜ਼, ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋ। ਇੱਥੇ ਵਿਧਾਨ ਦਾ ਜ਼ਿਕਰ ਹੈ, ਲਾਅ ਆਫ ਨੇਚਰ ਦਾ ਜ਼ਿਕਰ ਹੈ ਵੀ ਭਾਈ ਪਰਮਾਤਮਾ ਨੇ ਪੱਕਾ ਵਿਧਾਨ ਫਿਕਸ ਕੀਤਾ ਹੈ, ਜਿਸ ਨੂੰ ਬਾਣੀ 'ਚ ਕਿਹਾ ਗਿਆ ਜਿਤ ਕੀਤਾ ਪਾਈਐ ਆਪਣਾ, ਸਾਕਾਲ ਬੁਰੀ ਕਿਉਂ ਘਾਲੀਐ। ਨਿਯਮ ਨਹੀਂ ਬਦਲਦਾ, ਤੇ ਆਪਣੇ ਕੀਤੇ ਹੋਏ ਕਰਮਾਂ ਮੁਤਾਬਕ ਜੇ ਵਿਛੋੜਾ ਪਿਆ ਹੈ ਤੇ ਨਿਯਮ ਇਹ ਕਹਿੰਦਾ ਹੈ ਕਰਮ ਸੁਧਾਰੋ ਤੇ ਮਿਲਾਪ ਹੋਏਗਾ। ਇਸ ਕਰਕੇ ਪਾਤਸ਼ਾਹ ਕਹਿੰਦੇ ਆ ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਇਸੇ ਨੂੰ ਐਕਸਪਲੇਨ ਕੀਤਾ ਗਿਆ ਲੇਖ ਨਾ ਮਿਟਈ ਹੈ ਸਕੀ ਜੋ ਲਿਖਿਆ ਕਰਤਾਰ। ਇਸੇ ਦਾ ਅਪਰ ਸਰੂਪ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਮੁਕੰਮਲ ਸਰੂਪ ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਪਰ ਪਾਤਸ਼ਾਹ ਕਹਿੰਦੇ ਜੇ ਪਲਟਾ ਵੱਜ ਜਾਏ ਵਡਭਾਗੀ ਮੇਰਾ ਪ੍ਰਭ ਮਿਲੈ। ਕਿਰਪਾ ਹੋ ਜਾਏ, ਚਮਤਕਾਰ ਹੋ ਜਾਏ, ਵੱਡੇ ਭਾਗਾਂ ਨਾਲ ਪ੍ਰਭੂ ਪਰਮਾਤਮਾ ਨਾਲ ਸਾਂਝ ਬਣ ਜਾਏ ਤਾਂ ਉਤਰੈ ਸਭ ਵਿਯੋਗ। ਫਿਰ ਵਿਛੋੜੇ ਦੀਆਂ ਪੀੜਾਵਾਂ ਦੁੱਖ ਔਗਣ ਮੁੱਕ ਜਾਣਗੇ। ਨਾਨਕ ਕਹੋ ਲਾਸਟ ਵਿੱਚ ਜਦੋਂ ਜ਼ਿੰਦਗੀ ਦੀ ਸਮਝ ਪੈਂਦੀ ਹੈ ਨਾ, ਫਿਰ ਇੱਕੋ ਗੱਲ ਸਮਝ ਪੈਂਦੀ ਹੈ ਰੱਬਾ ਤਰਲਾ ਹੈ ਹੁਣ ਤੇਰੇ ਅੱਗੇ, ਅਰਦਾਸ ਹੈ। ਆਪਣਾ ਜ਼ੋਰ ਅਸੀਂ ਲਾ ਲਿਆ, ਜਿੰਨੀ ਕੁ ਸਮਝ ਸਾਨੂੰ ਆਉਂਦੀ ਸੀ ਅਸੀਂ ਸਮਝ ਗਏ। ਤੁਸੀਂ ਜਪਜੀ ਸਾਹਿਬ ਵੀ ਪੜ੍ਹ ਲਓ, 5 ਖੰਡਾਂ ਦਾ ਜ਼ਿਕਰ ਹੈ। 3 ਖੰਡਾਂ ਵਿੱਚ ਗਿਆਨ ਦਾ, ਸ਼ਰਮ ਦਾ ਤੇ ਧਰਮ ਦਾ ਜ਼ਿਕਰ ਹੈ। ਪਹਿਲਾਂ ਮਕਸਦ ਨੂੰ ਡਿਸਾਈਡ ਕਰਨਾ, ਫਿਰ ਨੌਲੇਜ ਗੇਨ ਕਰਨੀ, ਤੇ ਤੀਸਰਾ ਮਿਹਨਤ ਕਰਨੀ। ਪਰ ਮਿਹਨਤ ਤੋਂ ਬਾਅਦ ਕੀ ਹੈ? ਬੰਦੇ ਦਾ ਜ਼ੋਰ ਲੱਗ ਗਿਆ। ਫਿਰ ਕੀ ਹੈ? ਕਰਮ ਖੰਡ। ਕਰਮ ਦਾ ਅਰਥ ਹੈ ਬਖਸ਼ਿਸ਼, ਪਰਮਾਤਮਾ ਦੀ ਕਿਰਪਾ। ਨਾਨਕ ਕਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਰੱਬ ਜੀ ਮੇਰੇ ਤੇ ਤੁਸੀਂ ਕਿਰਪਾ ਕਰੋ, ਤੁਸੀਂ ਬੰਧਨਾਂ ਤੋਂ ਮੁਕਤ ਕਰਨ ਵਾਲੇ ਹੋ, ਮੈਨੂੰ ਰੱਖੋ, ਬਚਾਓ। ਕੱਤਕ ਹੋਵੇ ਸਾਧ ਸੰਗ, ਕੱਤਕ ਦੇ ਮਹੀਨੇ 'ਚ ਜਿਨ੍ਹਾਂ ਮਨੁੱਖਾਂ ਦਾ ਰੱਬ ਦੇ ਪਿਆਰਿਆਂ ਨਾਲ ਸੰਗ ਹੈ, ਜੀਵਨ ਦੀ ਜੁਗਤੀ ਸਮਝਦੇ ਆ, ਕੋਸ਼ਿਸ਼ ਕਰਦੇ ਆ ਇਸ ਵਿਛੋੜੇ ਨੂੰ ਮਿਲਾਪ ਵਿੱਚ ਤਬਦੀਲ ਕੀਤਾ ਜਾਵੇ। ਬਿਨ ਸੈਂ ਸਭੇ ਸੋਚ। ਤੇ ਬਾਕੀ ਔਗਣਾਂ ਵਾਲੀਆਂ ਤੇ ਵਿਕਾਰਾਂ ਵਾਲੀਆਂ ਜਿੰਨੀਆਂ ਵਿਚਾਰਾਂ ਨੇ ਉਹਨਾਂ ਦਾ ਫਿਰ ਰੱਬੀ ਪਿਆਰਿਆਂ ਦੀ ਸੰਗਤ ਵਿੱਚ ਨਾਸ਼ ਹੁੰਦਾ ਹੈ ਤੇ ਮਿਲਾਪ ਵਾਲੀ ਬਿਰਤੀ ਦੀ ਸ਼ੁਰੂਆਤ ਹੋ ਜਾਂਦੀ ਹੈ। ਸਤਿਗੁਰੂ ਕਿਰਪਾ ਕਰੇ ਜੀਵਨ ਵਿੱਚ ਇੰਟੈਲੈਕਚੁਅਲ ਬਣ ਕੇ ਸਿਆਣਪ ਨਾਲ
ਅਕਲੀ ਸਾਹਿਬ ਸੇਵੀਏ ਵਾਲੇ ਕਨਸੈਪਟ ਨੂੰ ਸਮਝਦਿਆਂ ਹੋਇਆਂ ਗੁਰੂ ਮੱਤ ਦੇ ਨਜ਼ਦੀਕ ਹੋਈਏ। ਇਹਦੇ ਨਾਲ ਸਾਡੇ ਜੀਵਨ ਵਿੱਚ ਸੁਧਾਰ ਆਏਗਾ ਤੇ ਸਤਿਗੁਰੂ ਕਿਰਪਾ ਕਰਨਗੇ। ਗੁਰ ਪੂਰਾ ਜਿਨ ਸਿਮਰਿਆ ਸਈ ਭਏ ਨਿਹਾਲ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਪੰਥ ਦਾ ਸਤਿਕਾਰਿਆ ਢਾਡੀ ਜਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ, ਵਾਹਿਗੁਰੂ ਦੀ ਬੜੀ ਅਪਾਰ ਕਿਰਪਾ ਹੈ। ਨੌਜਵਾਨ ਵੀਰਾਂ ਨੂੰ ਸੋਹਣੀਆਂ ਸੁਰੀਲੀਆਂ ਤੇ ਚੜ੍ਹਦੀ ਕਲਾ ਵਾਲੀਆਂ ਆਵਾਜ਼ਾਂ ਪਾਤਸ਼ਾਹ ਨੇ ਬਖਸ਼ੀਆਂ ਹਨ। ਆਪ ਜੀ ਬਹੁਤ ਮਾਣ ਸਤਿਕਾਰ ਰੋਜ਼ਾਨਾ ਬਖਸ਼ਦੇ ਹੋ। ਸਤਿਗੁਰੂ ਕਿਰਪਾ ਕਰੇ। ਆਓ ਤਿੰਨਾਂ ਪਾਸੋਂ ਪ੍ਰੇਮ ਸਹਿਤ ਇਤਿਹਾਸ ਆਪ ਜੀ ਸ਼ਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।